ਹੈਲੋ ਸਟੂਡੈਂਟਸ, ਮੈਂ ਗੁਰਸ਼ਨ ਸਿੰਘ ਬਰਾੜ ਅੱਜ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9th ਕਲਾਸ ਦੀ ਇੰਗਲਿਸ਼ ਮੇਨ ਕੋਰਸ ਬੁੱਕ ਵਿੱਚੋਂ ਸੈਕੰਡ ਚੈਪਟਰ, ਜਿਸ ਦਾ ਟਾਈਟਲ ਹੈ ਪਲਾਂਟਸ ਆਲਸੋ ਬ੍ਰੈਥ ਐਂਡ ਫੀਲ, ਜਿਸ ਦਾ ਭਾਵ ਹੈ ਕਿ ਪੌਦੇ ਵੀ ਸਾਹ ਲੈਂਦੇ ਹਨ ਅਤੇ ਮਹਿਸੂਸ ਵੀ ਕਰਦੇ ਹਨ। ਸਰ ਜਗਦੀਸ਼ ਚੰਦਰ ਬੋਸ, ਜੋ ਭਾਰਤ ਦੇ ਇੱਕ ਬਹੁਤ ਪ੍ਰਸਿੱਧ ਵਿਗਿਆਨੀ ਹੋਏ, ਜਿਨ੍ਹਾਂ ਨੇ ਕ੍ਰੈਸਕੋਗ੍ਰਾਫ ਨਾਮਕ ਇੱਕ ਯੰਤਰ ਬਣਾਇਆ ਜੋ ਕਿ ਇਹ ਦਿਖਾਉਂਦਾ ਸੀ ਕਿ ਪਲਾਂਟਸ ਵਿੱਚ ਵੀ ਜੀਵਨ ਹੈ ਅਤੇ ਉਹ ਵੀ ਅਨੁਭਵ ਕਰਦੇ ਹਨ ਤੇ ਸਾਹ ਵੀ ਲੈਂਦੇ ਹਨ। ਇਸ ਸਟੋਰੀ ਤੋਂ ਉਹਨਾਂ ਦੇ ਜੀਵਨ ਬਾਰੇ ਵੀ ਥੋੜਾ ਬਹੁਤ ਸਾਨੂੰ ਪਤਾ ਲੱਗਦਾ ਹੈ ਤੇ ਬਹੁਤ ਹੀ ਇੰਟਰਸਟਿੰਗ ਸਟੋਰੀ ਹੈ ਇਹ। ਆਸ ਕਰਦਾ ਹਾਂ ਕਿ ਤੁਹਾਨੂੰ ਇਹ ਚੈਪਟਰ ਬਹੁਤ ਹੀ ਵਧੀਆ ਲੱਗੇਗਾ। ਚਲੋ ਸਟੂਡੈਂਟਸ, ਸਟਾਰਟ ਕਰਦੇ ਹਾਂ। ਲਾਈਨ ਬਾਈ ਲਾਈਨ ਮੈਂ ਪੰਜਾਬੀ ਐਕਸਪਲੇਨੇਸ਼ਨ ਕਰਾਂਗਾ। It was an event that surprised the scientific world. ਇਹ ਇੱਕ ਘਟਨਾ ਸੀ ਜਿਸ ਨੇ ਸਾਇੰਸ ਦੀ ਦੁਨੀਆ ਨੂੰ ਸਰਪ੍ਰਾਈਜ਼ਡ ਕਰ ਦਿੱਤਾ, ਹੈਰਾਨ ਕਰ ਦਿੱਤਾ। It was an undreamt of thing. ਇਹ ਇੱਕ ਇਹੋ ਜਿਹੀ ਚੀਜ਼ ਸੀ ਜਿਸ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ ਸੀ। Here was a man who had built a unique instrument. ਇੱਥੇ ਇੱਕ ਆਦਮੀ ਸੀ ਜਿਸ ਨੇ ਇੱਕ ਅਦਭੁਤ ਇੰਸਟਰੂਮੈਂਟ, ਅਦਭੁਤ ਯੰਤਰ ਬਣਾਇਆ ਸੀ। ਇੱਥੇ ਕਿਸ ਆਦਮੀ ਦੀ ਗੱਲ ਹੋ ਰਹੀ ਹੈ? ਸਰ ਜਗਦੀਸ਼ ਚੰਦਰ ਬੋਸ ਦੀ। An instrument that could measure the growth of plants. ਇੱਕ ਇਹੋ ਜਿਹਾ ਯੰਤਰ ਜਿਹੜਾ ਪੌਦਿਆਂ ਦੇ ਵਾਧੇ ਨੂੰ ਮਾਪ ਸਕਦਾ ਸੀ। Here was a man who had proved with this wonderful machine that plants have hearts and can feel. Here was a man, ਇੱਥੇ ਕਿਹਨਾਂ ਦੀ ਗੱਲ ਹੋ ਰਹੀ ਹੈ? ਜਗਦੀਸ਼ ਚੰਦਰ ਬੋਸ ਜੀ ਦੀ, ਜਿਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਆਪਣੇ ਇਸ ਵੰਡਰਫੁਲ ਮਸ਼ੀਨ ਦੇ ਨਾਲ, ਅਦਭੁਤ ਮਸ਼ੀਨ ਦੇ ਨਾਲ, ਕਿ ਪੌਦਿਆਂ ਦੇ ਵੀ ਦਿਲ ਹੁੰਦੇ ਹਨ ਅਤੇ ਉਹ ਵੀ ਮਹਿਸੂਸ ਕਰ ਸਕਦੇ ਹਨ। The machine showed that plants have sight and a sense. ਇਸ ਮਸ਼ੀਨ ਨੇ ਇਹ ਵੀ ਦਿਖਾਇਆ ਕਿ ਪੌਦੇ ਵੀ ਦੇਖ ਸਕਦੇ ਹਨ, ਉਹਨਾਂ ਦੀ ਵੀ ਸਾਈਟ ਹੁੰਦੀ ਹੈ, and a sense, ਅਤੇ ਇੱਕ ਸਮਝ ਹੁੰਦੀ ਹੈ, which tells them that a stranger is approaching, ਜਿਹੜੀ ਉਹਨਾਂ ਨੂੰ ਕੀ ਦੱਸਦੀ ਹੈ ਕਿ ਕੋਈ ਅਜਨਬੀ, ਸਟ੍ਰੇਂਜਰ, ਉਹਨਾਂ ਦੇ ਵੱਲ ਆ ਰਿਹਾ ਹੈ। Your instrument is a wonderful thing, said the great men who had come to Paris Congress of Science in 1900. ਤੁਹਾਡੀ ਮਸ਼ੀਨ ਹੈ, ਜੋ ਇਹ ਤੁਹਾਡਾ ਯੰਤਰ ਹੈ, ਇਹ ਇੱਕ ਅਦਭੁਤ ਚੀਜ਼ ਹੈ। ਇਹ ਗੱਲ ਕਿਹਨਾਂ ਨੇ ਕਹੀ? ਉਹਨਾਂ ਮਹਾਨ ਵਿਅਕਤੀਆਂ ਨੇ ਕਹੀ ਜੋ ਪੈਰਿਸ ਵਿੱਚ ਇੱਕ ਕਾਂਗਰਸ ਆਫ ਸਾਇੰਸ, ਇਹ ਇੱਕ ਸੰਮੇਲਨ ਹੋਇਆ, ਸਾਇੰਸ ਦੀ ਇੱਕ ਪ੍ਰਦਰਸ਼ਨੀ ਲੱਗੀ 1900 ਈਸਵੀ ਦੇ ਵਿੱਚ। ਉਸ ਵਿੱਚ ਜੋ ਵਿਅਕਤੀ ਆਏ, ਜੋ ਵਿਗਿਆਨੀ ਆਏ, ਉਹਨਾਂ ਨੇ ਕੀ ਕਿਹਾ ਕਿ ਤੁਹਾਡੀ ਇਹ ਮਸ਼ੀਨ ਇੱਕ ਬੜੀ ਹੀ ਵੰਡਰਫੁਲ ਹੈ। They were amazed, ਉਹ ਹੈਰਾਨ ਸਨ। As the inventor showed them how to use the machine. ਉਹ ਇਸ ਗੱਲ ਤੋਂ ਬੜੇ ਹੈਰਾਨ ਹੋਏ ਜਦ ਇਨਵੈਂਟਰ ਨੇ, ਇਨਵੈਂਟਰ ਕੌਣ ਹਨ ਇਸਦੇ? ਜਗਦੀਸ਼ ਚੰਦਰ ਬੋਸ। ਜਦੋਂ ਇਨਵੈਂਟਰ ਨੇ ਉਹਨਾਂ ਨੂੰ ਇਹ ਦਿਖਾਇਆ ਕਿ ਇਹ ਮਸ਼ੀਨ ਕਿਸ ਤਰ੍ਹਾਂ ਕੰਮ ਕਰਦੀ ਹੈ, ਤਾਂ ਉਹ ਇਹ ਦੇਖ ਕੇ ਬੜੇ ਹੈਰਾਨ ਹੋਏ। What do you call this instrument? They asked. ਉਹਨਾਂ ਨੇ ਜਗਦੀਸ਼ ਚੰਦਰ ਬੋਸ ਨੂੰ ਪੁੱਛਿਆ ਕਿ ਤੁਸੀਂ ਇਸ ਇੰਸਟਰੂਮੈਂਟ ਨੂੰ ਕੀ ਕਹਿੰਦੇ ਹੋ? ਕੀ ਨਾਮ ਹੈ ਇਸ ਇੰਸਟਰੂਮੈਂਟ ਦਾ? A crescograph, replied ਜਗਦੀਸ਼ ਚੰਦਰ ਬੋਸ। ਇਸ ਦਾ ਨਾਮ ਜਗਦੀਸ਼ ਚੰਦਰ ਬੋਸ ਨੇ ਕੀ ਦੱਸਿਆ? A crescograph. The great scientist, ਇਹਨਾਂ ਗ੍ਰੇਟ ਸਾਇੰਟਿਸਟ ਨੇ, ਮਹਾਨ ਵਿਗਿਆਨੀ ਜਗਦੀਸ਼ ਚੰਦਰ ਬੋਸ ਨੇ ਕੀ ਉੱਤਰ ਦਿੱਤਾ ਕਿ ਇਸ ਯੰਤਰ ਦਾ ਨਾਮ ਕ੍ਰੈਸਕੋਗ੍ਰਾਫ ਹੈ। Who had built this wonderful machine? ਇਹਨਾਂ ਨੇ ਹੀ ਇਹ ਵੰਡਰਫੁਲ ਮਸ਼ੀਨ ਬਣਾਈ ਸੀ। And where was it made? The scientist asked. ਅਤੇ ਸਾਇੰਸਦਾਨਾਂ ਨੇ ਇਹ ਵੀ ਪੁੱਛਿਆ ਕਿ ਇਹ ਮਸ਼ੀਨ ਕਿੱਥੇ ਬਣਾਈ ਗਈ ਸੀ? In India was the answer. ਉੱਤਰ ਕੀ ਸੀ? ਭਾਰਤ ਵਿੱਚ। The reply caused greater surprise. ਇਹ ਜੋ ਉੱਤਰ ਦਿੱਤਾ, ਰਿਪਲਾਈ ਦਿੱਤਾ ਜਗਦੀਸ਼ ਚੰਦਰ ਬੋਸ ਨੇ,
ਇਹ ਉਹਨਾਂ ਵਿਗਿਆਨੀਆਂ ਦੇ ਲਈ ਹੋਰ ਜ਼ਿਆਦਾ ਹੈਰਾਨੀ ਵਾਲੀ ਗੱਲ ਹੋ ਗਈ ਕਿ ਭਾਰਤ ਵਿੱਚ ਇਹੋ ਜਿਹੀ ਮਸ਼ੀਨ ਬਣ ਗਈ ਹੈ। ਇੰਡੀਆ ਇਨ ਦਾ 19th ਸੈਂਚੁਰੀ ਵਾਜ਼ ਵੈਲ ਨੋਨ। ਭਾਰਤ 19ਵੀਂ ਸਦੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ ਫॉर ਇਟਸ ਗ੍ਰੇਟਨੈਸ ਇਨ ਦਾ ਫੀਲਡਸ ਆਫ ਫਾਈਨ ਆਰਟਸ। ਆਪਣੀਆਂ ਕਿਹੜੇ ਖੇਤਰਾਂ ਦੇ ਵਿੱਚ ਇੰਡੀਆ ਬਹੁਤ ਜ਼ਿਆਦਾ ਮਸ਼ਹੂਰ ਸੀ 19th ਸੈਂਚੁਰੀ ਦੇ ਵਿੱਚ? ਕਿਹੜੇ ਖੇਤਰਾਂ ਦੇ ਵਿੱਚ? ਫਾਈਨ ਆਰਟਸ, ਲਲਿਤ ਕਲਾਵਾਂ, ਲਿਟਰੇਚਰ ਐਂਡ ਫਿਲਾਸਫੀ। ਫਾਈਨ ਆਰਟਸ, ਲਿਟਰੇਚਰ ਐਂਡ ਫਿਲਾਸਫੀ ਦੇ ਲਈ ਇੰਡੀਆ 19ਵੀਂ ਸਦੀ ਦੇ ਵਿੱਚ ਬਹੁਤ ਜ਼ਿਆਦਾ ਜਾਣਿਆ ਪਹਿਚਾਣਿਆ ਸੀ। ਬਟ ਇਨ ਦਾ ਫੀਲਡ ਆਫ ਸਾਇੰਸ, ਪਰ ਸਾਇੰਸ ਦੇ ਖੇਤਰ ਦੇ ਵਿੱਚ ਇਟ ਹੈਡ ਨਾਟ ਪ੍ਰੋਗਰੈਸਡ ਮਚ। ਇਸਨੇ ਜ਼ਿਆਦਾ ਤਰੱਕੀ ਨਹੀਂ ਕੀਤੀ ਸੀ। ਸਰ ਜਗਦੀਸ਼ ਚੰਦਰ ਬੋਸ ਵਿਦ ਹਿਜ਼ ਇਨਵੈਂਸ਼ਨ ਮੇਡ ਅ ਨੇਮ ਫॉर ਹਿਮਸੈਲਫ ਐਂਡ ਹਿਜ਼ ਕੰਟਰੀ ਇਨ ਦਾ ਸਾਇੰਟੀਫਿਕ ਵਰਲਡ। ਜਗਦੀਸ਼ ਚੰਦਰ ਬੋਸ ਨੇ ਆਪਣੀ ਇਸ ਇਨਵੈਂਸ਼ਨ ਦੇ ਨਾਲ, ਆਪਣੀ ਇਸ ਖੋਜ ਦੇ ਨਾਲ ਆਪਣਾ ਨਾਮ ਬਣਾਇਆ, ਆਪਣੇ ਦੇਸ਼ ਦਾ ਨਾਮ ਬਣਾਇਆ। ਸਾਇੰਸ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਅਤੇ ਆਪਣੇ ਦੇਸ਼ ਦਾ ਨਾਮ ਸਾਇੰਸ ਦੀ ਦੁਨੀਆ ਦੇ ਵਿੱਚ ਪ੍ਰਸਿੱਧ ਕੀਤਾ। ਬੋਸ ਵਾਜ਼ ਬੋਰਨ ਇਨ 1858। ਬੋਸ ਦਾ ਜਨਮ 1858 ਦੇ ਵਿੱਚ ਇਨ ਅ ਵਿਲੇਜ ਇਨ ਬੰਗਾਲ, ਬੰਗਾਲ ਦੇ ਇੱਕ ਪਿੰਡ ਦੇ ਵਿੱਚ ਹੋਇਆ ਸੀ। ਆਫਟਰ ਸਟੱਡਿੰਗ ਫਿਜ਼ਿਕਸ ਐਟ ਕੈਲਕਟਾ ਯੂਨੀਵਰਸਿਟੀ, ਫਿਜ਼ਿਕਸ ਦੀ ਪੜ੍ਹਾਈ ਕਰਨ ਤੋਂ ਬਾਅਦ ਕੈਲਕਟਾ ਯੂਨੀਵਰਸਿਟੀ ਦੇ ਵਿੱਚ ਹੀ ਵੈਂਟ ਟੂ ਇੰਗਲੈਂਡ, ਉਹ ਇੰਗਲੈਂਡ ਚਲੇ ਗਏ। ਫॉर ਫਰਦਰ ਸਟੱਡੀਜ਼, ਅਗਲੀ ਪੜ੍ਹਾਈ ਦੇ ਲਈ ਇੰਗਲੈਂਡ ਚਲੇ ਗਏ। ਹੀ ਗ੍ਰੈਜੂਏਟਡ ਫਰੋਮ ਕੈਂਬਰਿਜ, ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਟਡ ਕੀਤੀ, ਆਪਣੀ ਗ੍ਰੈਜੂਏਸ਼ਨ ਕੀਤੀ। ਦੈਨ ਰਿਟਰਨ ਟੂ ਇੰਡੀਆ ਐਂਡ ਵਾਜ਼ ਅਪੁਆਇੰਟਡ ਪ੍ਰੋਫੈਸਰ ਆਫ ਫਿਜ਼ਿਕਸ ਇਨ ਪ੍ਰੈਜ਼ੀਡੈਂਸੀ ਕਾਲਜ ਇਨ ਕੈਲਕਟਾ। ਜਦ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਕੈਂਬਰਿਜ ਯੂਨੀਵਰਸਿਟੀ ਤੋਂ ਕਰ ਲਈ ਸੀ ਇੰਗਲੈਂਡ ਦੇ ਵਿੱਚੋਂ, ਫਿਰ ਉਹ ਭਾਰਤ ਵਾਪਸ ਆ ਗਏ ਅਤੇ ਇੱਕ ਫਿਜ਼ਿਕਸ ਦੇ ਪ੍ਰੋਫੈਸਰ ਦੇ ਤੌਰ ਤੇ ਪ੍ਰੈਜ਼ੀਡੈਂਸੀ ਕਾਲਜ ਕੈਲਕਟਾ ਦੇ ਵਿੱਚ ਨਿਯੁਕਤ ਹੋ ਗਏ। A 3-year struggle began between Bose and the government। ਇੱਕ 3 ਸਾਲਾ ਸੰਘਰਸ਼ ਬੋਸ ਵਿੱਚ ਅਤੇ ਸਰਕਾਰ ਦੇ ਵਿੱਚ ਸ਼ੁਰੂ ਹੋ ਗਿਆ। ਇਨ ਵਿੱਚ ਹੀ was victorious, ਜਿਸ ਵਿੱਚ ਬੋਸ ਜੇਤੂ ਹੋਏ। An Indian in those days of British rule, ਉਸ ਸਮੇਂ ਜੋ ਬ੍ਰਿਟਿਸ਼ ਰੂਲ ਸੀ, ਅੰਗਰੇਜ਼ਾਂ ਦਾ ਸ਼ਾਸਨ ਸੀ, ਉਹਨਾਂ ਦਿਨਾਂ ਦੇ ਵਿੱਚ ਇੱਕ ਭਾਰਤੀ ਨੂੰ ਯੂਜ਼ਲੀ ਰਿਸੀਵਡ 2/3 ਆਫ ਦਾ ਸੈਲਰੀ। ਉਹ ਇੱਕ ਜੋ ਭਾਰਤੀ ਹੁੰਦਾ ਸੀ ਉਹ ਕਿੰਨੀ ਸੈਲਰੀ ਪ੍ਰਾਪਤ ਕਰਦਾ ਸੀ? 2/3 ਹਿੱਸਾ ਪ੍ਰਾਪਤ ਕਰਦਾ ਸੀ। ਜਿਸ ਤਰ੍ਹਾਂ ਜੇਕਰ ਇੱਕ ਬ੍ਰਿਟਿਸ਼ ਅਧਿਕਾਰੀ ਨੂੰ ਕਿਸੇ ਕੰਮ ਦੇ ਬਦਲੇ 300 ਰੁਪਏ ਦਿੱਤੇ ਜਾਂਦੇ ਸਨ, ਤਾਂ ਭਾਰਤੀ ਅਧਿਕਾਰੀ ਨੂੰ ਉਸੇ ਕੰਮ ਦੇ ਬਦਲੇ 200 ਰੁਪਏ ਦਿੱਤੇ ਜਾਂਦੇ ਸਨ। 2/3 ਆਫ ਦਾ ਸੈਲਰੀ ਪੇ ਟੂ ਅ ਯੂਰਪੀਅਨ ਪ੍ਰੋਫੈਸਰ। ਬੋਸ ਅਪੁਆਇੰਟਮੈਂਟ ਵਾਜ਼ ਅ ਟੈਂਪਰੇਰੀ ਵਨ। ਹੁਣ ਜੋ ਬੋਸ ਦੀ ਨਿਯੁਕਤੀ ਸੀ ਇਸ ਨੌਕਰੀ ਦੇ ਉੱਤੇ, ਪ੍ਰੈਜ਼ੀਡੈਂਸੀ ਕਾਲਜ ਦੇ ਵਿੱਚ ਪ੍ਰੋਫੈਸਰ ਲੱਗੇ ਸਨ, ਉਹਨਾਂ ਦੀ ਜੋ ਨਿਯੁਕਤੀ ਸੀ ਟੈਂਪਰੇਰੀ ਸੀ, ਅਡਹੌਕ ਤੇ ਸੀ, ਉਹ ਪਰਮਾਨੈਂਟ ਪ੍ਰੋਫੈਸਰ ਨਹੀਂ ਸਨ। ਸੋ ਹੀ ਵਾਜ਼ ਗਿਵਨ ਓਨਲੀ ਹਾਫ ਦਾ ਰੇਟ ਫॉर ਅ ਯੂਰਪੀਅਨ। ਇਸ ਲਈ ਹੁਣ ਉਹਨਾਂ ਨੂੰ ਸਿਰਫ ਅੱਧੇ ਪੈਸੇ ਹੀ ਦਿੱਤੇ ਜਾਂਦੇ ਸਨ ਇੱਕ ਯੂਰਪੀਅਨ ਦੇ ਮੁਕਾਬਲੇ। ਬੋਸ ਵਾਜ਼ ਨਾਟ ਦਾ ਮੈਨ ਟੂ ਟੇਕ ਦਿਸ ਕੁਆਲਿਟੀ। ਬੋਸ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਸੀ ਕਿ ਚੁੱਪਚਾਪ ਟੂ ਟੇਕ ਦਿਸ ਕੁਆਇਟਲੀ। ਬੋਸ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਸੀ ਕਿ ਚੁੱਪਚਾਪ ਸ਼ਾਂਤੀ ਦੇ ਨਾਲ ਇਸ ਤਰ੍ਹਾਂ ਜੋ ਅੱਧੀ ਪੇ ਸੀ ਲੈ ਲੈਂਦੇ। He felt that people who did the same amount and same kind of work should be paid the same salary, whatever race or nation they belong to। ਬੋਸ ਦਾ ਕੀ ਮੰਨਣਾ ਸੀ ਕਿ ਜੋ ਲੋਕ ਇੱਕੋ ਜਿਹੀ ਮਾਤਰਾ ਦੇ ਵਿੱਚ ਕੰਮ ਕਰਦੇ ਹਨ ਅਤੇ ਇੱਕੋ ਜਿਹਾ ਕੰਮ ਕਰਦੇ ਹਨ, ਉਹਨਾਂ ਨੂੰ ਸੈਲਰੀ ਵੀ ਇੱਕੋ ਬਰਾਬਰ ਹੀ ਦੇਣੀ ਚਾਹੀਦੀ ਹੈ, ਭਾਵੇਂ ਉਹ ਕਿਸੇ ਜਾਤੀ ਨਾਲ ਸੰਬੰਧਿਤ ਹੋਣ, ਕਿਸੇ ਰਾਸ਼ਟਰ ਨਾਲ ਸੰਬੰਧਿਤ ਹੋਣ। ਇੱਕੋ ਜਿਹਾ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸੈਲਰੀ ਵੀ ਇੱਕੋ ਜਿਹੀ ਹੀ ਦਿੱਤੀ ਜਾਣੀ ਚਾਹੀਦੀ ਹੈ। ਇਟ ਇਜ਼ ਵਰਥ ਰਿਮੈਂਬਰਿੰਗ, ਇਹ ਯਾਦ ਰੱਖਣ ਯੋਗ ਗੱਲ ਹੈ
that discoveries do not come from the faithful followers and the yes men of science। ਇਹ ਇੱਕ ਯਾਦ ਰੱਖਣ ਵਾਲੀ ਗੱਲ ਹੈ ਕਿ ਖੋਜਾਂ ਜੋ ਕਿ ਹੈ ਸਾਇੰਸ ਦੀਆਂ ਖੋਜਾਂ ਹਨ, ਉਹ ਫੇਥਫੁਲ ਫਾਲੋਅਰਸ ਵਫਾਦਾਰ ਫਾਲੋਅਰਸ ਦੁਆਰਾ ਅਤੇ ਯੈਸ ਮੈਨ ਆਫ ਸਾਇੰਸ ਹਾਂ ਵਿੱਚ ਹਾਂ ਮਿਲਾਉਣ ਵਾਲੇ ਜੋ ਵਿਅਕਤੀ ਜੇਕਰ ਸਾਇੰਸ ਦੇ ਖੇਤਰ ਵਿੱਚ ਹਨ ਤਾਂ ਉਹ ਖੋਜਾਂ ਨਹੀਂ ਕਰ ਸਕਦੇ। ਦੇ ਕਮ ਫਰੋਮ ਦਾ ਡਾਊਟਰਸ ਐਂਡ ਦਾ ਰੀਬੈਲਸ। ਖੋਜਾਂ ਤਾਂ ਸ਼ੱਕੀ ਵਿਅਕਤੀ ਜੋ ਹਰ ਇੱਕ ਗੱਲ ਵਿੱਚ ਡਾਊਟ ਕਰਦੇ ਹਨ ਅਤੇ ਵਿਦਰੋਹੀ ਹੁੰਦੇ ਹਨ, ਰੀਬੈਲਸ ਹੁੰਦੇ ਹਨ, ਉਹੀ ਵਿਅਕਤੀ ਖੋਜਾਂ ਕਰ ਸਕਦੇ ਹਨ। ਬੋਸ ਵਾਜ਼ ਬਾਈ ਨੇਚਰ ਆ ਰੀਬੈਲ। ਬੋਸ ਸੁਭਾਅ ਤੋਂ ਹੀ ਇੱਕ ਵਿਦਰੋਹੀ ਸੀ। He refused to touch any part of his salary for 3 years। ਬੋਸ ਨੇ 3 ਸਾਲਾਂ ਤੱਕ ਆਪਣੀ ਤਨਖਾਹ ਦੇ ਕਿਸੇ ਵੀ ਹਿੱਸੇ ਨੂੰ ਛੂਹਣ ਤੋਂ ਇਨਕਾਰ ਕਰ ਦਿੱਤਾ। It was a question of his self-respect। ਇਹ ਉਹਨਾਂ ਦੇ ਆਤਮ ਸਨਮਾਨ ਦਾ ਪ੍ਰਸ਼ਨ ਸੀ। And he was not ready to give up his principles। ਅਤੇ ਉਹ ਆਪਣੇ ਸਿਧਾਂਤਾਂ ਨੂੰ ਛੱਡਣ ਦੇ ਲਈ ਤਿਆਰ ਨਹੀਂ ਸਨ। In the end, victory was his। ਅੰਤ ਵਿੱਚ ਜਿੱਤ ਬੋਸ ਦੀ ਹੀ ਹੋਈ। ਬੋਸ now began the work which has made him famous all over the world। ਹੁਣ ਬੋਸ ਨੇ ਉਹ ਕੰਮ ਸ਼ੁਰੂ ਕਰ ਦਿੱਤਾ ਸੀ ਜਿਸ ਨੇ ਉਹਨਾਂ ਨੂੰ ਸਾਰੇ ਸੰਸਾਰ ਵਿੱਚ ਮਸ਼ਹੂਰ ਕਰ ਦਿੱਤਾ। He had from boyhood been interested in animal and plant life। ਉਹ ਆਪਣੇ ਲੜਕਪਣ ਤੋਂ ਹੀ ਪਲਾਂਟ ਲਾਈਫ ਅਤੇ ਐਨੀਮਲ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਰੱਖਦੇ ਸਨ। ਐਂਡ ਨਾਓ ਹਿਜ਼ ਵਰਕ ਇਨ ਫਿਜ਼ਿਕਸ। ਅਤੇ ਹੁਣ ਉਹਨਾਂ ਦਾ ਜੋ ਕੰਮ ਸੀ ਫਿਜ਼ਿਕਸ ਵਾਲਾ, ਲੈਡ ਹਿਮ ਬੈਕ ਟੂ ਹਿਜ਼ ਓਲਡ ਲਵ। ਉਹਨਾਂ ਨੂੰ ਆਪਣੇ ਪੁਰਾਣੇ ਪਿਆਰ ਦੇ ਵੱਲ ਹੀ ਲੈ ਗਿਆ। ਜੋ ਫਿਜ਼ਿਕਸ ਸਬਜੈਕਟ ਹੁਣ ਇਹਨਾਂ ਦਾ ਸੀ, ਇਹਨਾਂ ਨੂੰ ਆਪਣੇ ਉਸ ਪੁਰਾਣਾ ਜੋ ਇਹਨਾਂ ਦਾ ਇੰਟਰਸਟ ਸੀ ਐਨੀਮਲ ਲਾਈਫ ਦੇ ਵਿੱਚ, ਪਲਾਂਟ ਲਾਈਫ ਦੇ ਵਿੱਚ, ਉਸੇ ਵੱਲ ਹੀ ਲੈ ਗਿਆ। He had noticed that his wireless receiver showed signs of tiredness। ਉਹਨਾਂ ਨੇ ਕੀ ਨੋਟਿਸ ਕੀਤਾ ਕਿ ਉਹਨਾਂ ਦੀ ਜੋ ਵਾਇਰਲੈਸ ਹੈ ਉਸਦਾ ਜੋ ਰਿਸੀਵਰ ਹੈ ਉਹ ਕੀ ਸ਼ੋਅ ਕਰਦਾ ਸੀ, ਥਕਾਵਟ ਦੇ ਚਿੰਨ੍ਹ ਸ਼ੋਅ ਕਰਦਾ ਸੀ। after it had been in use for some time। ਕੁਝ ਸਮਾਂ ਜੇਕਰ ਉਸ ਤੋਂ ਲਗਾਤਾਰ ਕੰਮ ਲਿਆ ਜਾਂਦਾ ਤਾਂ ਉਹਨਾਂ ਦੀ ਵਾਇਰਲੈਸ ਦਾ ਰਿਸੀਵਰ ਥਕਾਵਟ ਮਹਿਸੂਸ ਕਰਦਾ ਸੀ। ਬਟ ਇਨ ਸਮ ਸਟਰੇਂਜ ਵੇ ਗੋਟ ਬੈਕ ਇਟਸ ਪਾਵਰ ਆਫਟਰ ਬੀਇੰਗ ਰੈਸਟਡ। ਪਰ ਇੱਕ ਅਜੀਬ ਜਿਹੇ ਢੰਗ ਨਾਲ ਕੁਝ ਸਮਾਂ ਰੈਸਟ ਕਰਨ ਤੋਂ ਬਾਅਦ ਉਹ ਆਪਣੀ ਪਾਵਰ ਦੁਬਾਰਾ ਪ੍ਰਾਪਤ ਕਰ ਲੈਂਦਾ। ਹੇਅਰ ਵਾਜ਼ ਫੂਡ ਫॉर ਥਾਟ। ਇੱਥੇ ਵਿਚਾਰਾਂ ਦੇ ਭੋਜਨ ਦੀ ਗੱਲ ਸੀ। ਦ ਕਾਈਂਡ ਆਫ ਥਾਟ ਫਰੋਮ ਵਿਚ ਗ੍ਰੇਟ ਡਿਸਕਵਰੀਜ਼ ਕਮ। ਵਿਚਾਰਾਂ ਦੀ ਇੱਕ ਕਿਸਮ ਜਿਸ ਵਿੱਚੋਂ ਮਹਾਨ ਖੋਜਾਂ ਹੁੰਦੀਆਂ ਹਨ। ਅੰਟਿਲ ਦਾ ਐਂਡ ਆਫ ਦਾ ਮਿਡਲ ਏਜਸ। ਜੋ ਮੱਧ ਯੁੱਗ ਸੀ ਉਸਦੇ ਐਂਡ ਵਾਲੇ ਸਮੇਂ ਤੱਕ the world was looked on as one beautiful unity created by God। ਸੰਸਾਰ ਨੂੰ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਸੀ, ਇੱਕ ਬੜੀ ਹੀ ਸੁੰਦਰ ਇਕਾਈ ਦੇ ਤੌਰ ਤੇ ਜਿਸ ਨੂੰ ਕਿ ਪ੍ਰਮਾਤਮਾ ਨੇ ਬਣਾਇਆ ਸੀ। Man believed that everything in the world from man to rocks and stones had its place and purpose। ਆਦਮੀ ਦਾ ਕੀ ਵਿਸ਼ਵਾਸ ਸੀ ਕਿ ਹਰ ਇੱਕ ਚੀਜ਼ ਜੋ ਸੰਸਾਰ ਵਿੱਚ ਹੈ, ਆਦਮੀ ਤੋਂ ਲੈ ਕੇ ਚਟਾਨਾਂ ਤੱਕ ਅਤੇ ਪੱਥਰਾਂ ਤੱਕ, ਹਰ ਇੱਕ ਦੀ ਆਪਣੀ ਜਗ੍ਹਾ ਹੈ ਅਤੇ ਉਦੇਸ਼ ਹੈ। The discoveries of Galileo and Newton changed the world picture। ਜੋ ਖੋਜਾਂ ਕੀਤੀਆਂ ਗਈਆਂ ਗੈਲੀਲੀਓ ਦੁਆਰਾ ਜਾਂ ਨਿਊਟਨ ਦੁਆਰਾ, ਇਹ ਵੀ ਬਹੁਤ ਮਹਾਨ ਵਿਗਿਆਨੀ ਹੋਏ ਹਨ। ਉਹਨਾਂ ਨੇ ਕੀ ਕਰ ਦਿੱਤਾ, ਸੰਸਾਰ ਦੀ ਤਸਵੀਰ ਨੂੰ ਹੀ ਬਦਲ ਕੇ ਰੱਖ ਦਿੱਤਾ। Man began to study each branch of science। ਇਨਸਾਨ ਨੇ ਸਾਇੰਸ ਦੀ ਹਰ ਇੱਕ ਬ੍ਰਾਂਚ ਬਾਰੇ, ਹਰ ਇੱਕ ਸ਼ਾਖਾ ਬਾਰੇ ਕੀ ਹੈ ਪੜ੍ਹਨਾ ਸਟਾਰਟ ਕਰ ਦਿੱਤਾ। ਸੈਪਰੇਟਲੀ ਵਿਦ ਗ੍ਰੇਟਰ ਡਿਟੇਲਸ। ਅਲੱਗ-ਅਲੱਗ ਤਰੀਕੇ ਨਾਲ ਸਾਇੰਸ ਦੀ ਹਰੇਕ ਬ੍ਰਾਂਚ ਬਾਰੇ ਪੜ੍ਹਨਾ ਸਟਾਰਟ ਕਰ ਦਿੱਤਾ ਉਸਦੀ ਗ੍ਰੇਟ ਡਿਟੇਲ ਵਿੱਚ। ਐਂਡ ਦੇਅਰ ਡਿਵੈਲਪਡ ਸੈਵਰਲ ਡਿਫਰੈਂਟ ਕਾਈਂਡਸ ਆਫ ਸਾਇੰਸ। ਅਤੇ ਅਲੱਗ-ਅਲੱਗ ਕਿਸਮ ਦੇ ਵਿਗਿਆਨਾਂ ਦੀ ਖੋਜ ਹੋਈ। ਬੋਸ ਹਾਊਐਵਰ, ਬੋਸ ਫਿਰ ਵੀ
recognized a unity among all these different branches of science. ਬੋਸ ਫਿਰ ਵੀ ਇਹਨਾਂ ਅਲੱਗ-ਅਲੱਗ ਕਿਸਮ ਦੇ ਵਿਗਿਆਨਾਂ ਦੇ ਵਿੱਚ ਇੱਕ ਏਕਤਾ ਨੂੰ ਵੇਖਦੇ ਸਨ। He realized that there was a similarity in the behavior of lifeless and living things. ਬੋਸ ਕੀ ਮਹਿਸੂਸ ਕਰਦੇ ਸਨ ਕਿ ਜੀਵਤ ਅਤੇ ਨਿਰਜੀਵ ਚੀਜ਼ਾਂ ਦੇ ਵਿੱਚ ਉਹਨਾਂ ਦੇ ਵਿਵਹਾਰ ਦੇ ਵਿੱਚ ਇੱਕ ਤਰ੍ਹਾਂ ਦੀ ਸਿਮਿਲੈਰਿਟੀ ਹੈ। It was, however, ਇਹ ਫਿਰ ਵੀ not easy to convince others, ਪਰ ਦੂਸਰਿਆਂ ਨੂੰ ਇਹ ਮਹਿਸੂਸ ਕਰਵਾਉਣਾ ਇੰਨਾ ਆਸਾਨ ਨਹੀਂ ਸੀ। People hold on to their old beliefs. ਲੋਕ ਆਪਣੇ ਪੁਰਾਣੇ ਵਿਸ਼ਵਾਸਾਂ ਨੂੰ ਫੜੀ ਬੈਠੇ ਸਨ and do not like to change them, ਅਤੇ ਉਹਨਾਂ ਨੂੰ ਬਦਲਣਾ ਨਹੀਂ ਚਾਹੁੰਦੇ ਸਨ। Bose suggested that animals, vegetables and mineral kingdoms were one. ਬੋਸ ਨੇ ਕੀ ਸੁਝਾਅ ਦਿੱਤਾ ਕਿ ਐਨੀਮਲਸ, ਵੈਜੀਟੇਬਲਸ ਐਂਡ ਮਿਨਰਲ ਕਿੰਗਡਮ ਇਹ ਜੋ ਹਨ ਕੀ ਹਨ, ਇੱਕ ਹੀ ਹਨ। ਐਂਡ ਹੈਡ ਅ ਗ੍ਰੇਟ ਡੀਲ ਇਨ ਕਾਮਨ, ਅਤੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਾਮਨ ਹੀ ਹੈ, ਸਾਂਝਾ ਹੀ ਹੈ। ਇਹਨਾਂ ਸਾਰਿਆਂ ਦੇ ਗੁਣ ਕੀ ਹਨ, ਸਾਂਝੇ ਹੀ ਹਨ। He said that plants and metals had a life of their own and could become tired, depressed or happy. ਉਹਨਾਂ ਨੇ ਕੀ ਕਿਹਾ ਕਿ ਪੌਦੇ, ਮੈਟਲਸ ਹੈਡ ਆ ਲਾਈਫ, ਇਹਨਾਂ ਦੇ ਵਿੱਚ ਵੀ ਜੋ ਧਾਤਾਂ ਹਨ ਜਾਂ ਪੌਦੇ ਹਨ, ਇਹਨਾਂ ਦੇ ਵਿੱਚ ਵੀ ਜੀਵਨ ਹੁੰਦਾ ਹੈ। ਐਂਡ ਕੁਡ ਬਿਕਮ ਟਾਇਰਡ, ਅਤੇ ਇਹ ਵੀ ਥੱਕ ਸਕਦੇ ਸਨ। ਡਿਪਰੈਸਡ, ਨਿਰਾਸ਼ ਹੋ ਸਕਦੇ ਹਨ, ਅਤੇ ਖੁਸ਼ ਹੋ ਸਕਦੇ ਹਨ। ਪੀਪਲ ਲਾਫਡ ਐਟ ਹਿਮ, ਲੋਕ ਉਹਨਾਂ ਦੇ ਉੱਤੇ ਹੱਸੇ। ਦੇ ਡਿਡ ਨਾਟ ਟੇਕ ਹਿਮ ਸੀਰੀਅਸਲੀ, ਉਹਨਾਂ ਨੇ ਬੋਸ ਨੂੰ ਸੀਰੀਅਸ ਨਾ ਲਿਆ। ਬੋਸ ਨਿਊ ਹੀ ਵਾਜ਼ ਰਾਈਟ ਐਂਡ ਹੀ ਪ੍ਰੂਵਡ ਇਟ, ਬੋਸ ਜਾਣਦੇ ਸਨ ਕਿ ਉਹ ਸਹੀ ਸਨ ਅਤੇ ਉਹਨਾਂ ਨੇ ਇਹ ਸਿੱਧ ਕੀਤਾ। ਟੂ ਬਿਗਿਨ ਵਿਦ, ਸ਼ੁਰੂਆਤ ਵਿੱਚ ਹੀ ਡਿਜ਼ਾਈਨਡ ਐਂਡ ਬਿਲਟ ਅ ਮਸ਼ੀਨ which recorded his findings with maximum exactness. ਸ਼ੁਰੂਆਤ ਦੇ ਵਿੱਚ ਉਹਨਾਂ ਨੇ ਇੱਕ ਮਸ਼ੀਨ ਡਿਜ਼ਾਈਨ ਕੀਤੀ ਅਤੇ ਬਣਾਈ ਜਿਹੜੀ ਕੀ ਰਿਕਾਰਡ ਕਰਦੀ ਸੀ his findings with maximum exactness, ਜੋ ਵੀ ਉਹਨਾਂ ਨੇ ਖੋਜਾਂ ਕੀਤੀਆਂ ਉਹਨਾਂ ਨੂੰ ਬੜੇ ਹੀ ਐਗਜ਼ੈਕਟ ਤਰੀਕੇ ਦੇ ਨਾਲ, ਬੜੇ ਹੀ ਸਪਸ਼ਟ ਰੂਪ ਦੇ ਵਿੱਚ ਸ਼ੋਅ ਕਰਦੀ ਸੀ। This was the crescograph, ਇਸ ਮਸ਼ੀਨ ਦਾ ਨਾਮ ਕੀ ਸੀ, crescograph. The amazing instrument which records the growth of plants, ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਯੰਤਰ ਜਿਹੜਾ ਕੀ ਰਿਕਾਰਡ ਕਰਦਾ ਸੀ, ਪੌਦਿਆਂ ਦੇ ਵਾਧੇ ਨੂੰ। It magnifies the movement of plant tissues 10,000 times. ਇਹ ਪੌਦਿਆਂ ਦੇ ਜੋ ਟਿਸ਼ੂ ਹਨ ਉਹਨਾਂ ਦੇ ਵਾਧੇ ਨੂੰ 10 ਗੁਣਾ ਵਧਾ ਕੇ ਦਿਖਾ ਸਕਦਾ ਸੀ। and can record the reaction of plants to manure, noise and other stimuli. ਇਹ ਵੀ ਰਿਕਾਰਡ ਕਰ ਸਕਦਾ ਸੀ ਕਿ ਪੌਦਿਆਂ ਦਾ ਖਾਦ ਜਦ ਪੌਦਿਆਂ ਨੂੰ ਪਾਈ ਜਾਂਦੀ ਹੈ ਜਾਂ ਆਵਾਜ਼ ਜਾਂ ਹੋਰ ਉਤਪ੍ਰੇਰਕ ਹਨ, ਇਹਨਾਂ ਦੇ ਪ੍ਰਤੀ ਪੌਦਿਆਂ ਦਾ ਕੀ ਰਿਐਕਸ਼ਨ ਹੁੰਦਾ ਹੈ। ਇਹ ਗੱਲਾਂ ਵੀ ਉਸ ਮਸ਼ੀਨ ਦੁਆਰਾ ਰਿਕਾਰਡ ਕੀਤੀਆਂ ਗਈਆਂ ਕਿ ਖਾਦ ਪਾਉਣ ਦੇ ਨਾਲ ਪੌਦੇ ਕੀ ਰਿਐਕਸ਼ਨ ਕਰਦੇ ਹਨ, ਆਵਾਜ਼ ਦੇ ਪ੍ਰਤੀ ਕੀ ਰਿਐਕਸ਼ਨ ਕਰਦੇ ਹਨ, ਜੋ ਹੋਰ ਚੀਜ਼ਾਂ ਉਹਨਾਂ ਨੂੰ ਉਤਪ੍ਰੇਰਕ ਕਰਦੀਆਂ ਹਨ ਉਹਨਾਂ ਦੇ ਪ੍ਰਤੀ ਪੌਦਿਆਂ ਦਾ ਕੀ ਰਿਐਕਸ਼ਨ ਹੈ। The crescograph proved that Bose had not been wrong. ਕ੍ਰੈਸਕੋਗ੍ਰਾਫ ਨੇ ਇਹ ਗੱਲ ਸਿੱਧ ਕਰ ਦਿੱਤੀ ਕਿ ਬੋਸ ਗਲਤ ਨਹੀਂ ਸੀ। It showed that plants have hearts and are capable of feeling. ਕ੍ਰੈਸਕੋਗ੍ਰਾਫ ਨੇ ਇਹ ਗੱਲ ਵੀ ਸ਼ੋਅ ਕਰ ਦਿੱਤੀ ਕਿ ਪੌਦਿਆਂ ਦੇ ਦਿਲ ਹੁੰਦੇ ਹਨ ਅਤੇ ਉਹ ਵੀ ਮਹਿਸੂਸ ਕਰਨ ਦੇ ਯੋਗ ਹਨ। The crescograph indicated that plants have a keen sight. ਕ੍ਰੈਸਕੋਗ੍ਰਾਫ ਨੇ ਇਹ ਵੀ ਦਿਖਾਇਆ ਕਿ ਪੌਦਿਆਂ ਦੀ ਇੱਕ ਬਹੁਤ ਹੀ ਡੂੰਘੀ ਨਿਗਾਹ ਵੀ ਹੁੰਦੀ ਹੈ। and react to rays of light and wireless waves. ਅਤੇ ਇਹ ਜੋ ਰੋਸ਼ਨੀ ਦੀਆਂ ਕਿਰਨਾਂ ਹਨ ਅਤੇ ਵਾਇਰਲੈਸ ਵੇਵਜ਼ ਹਨ, ਤਰੰਗਾਂ ਹਨ, ਵਾਇਰਲੈਸ ਤਰੰਗਾਂ ਹਨ, ਉਹਨਾਂ ਦੇ ਪ੍ਰਤੀ ਵੀ ਰਿਐਕਸ਼ਨ ਕਰਦੇ ਹਨ। The machine proved that plants have a special sense. ਇਸ ਮਸ਼ੀਨ ਨੇ ਇਹ ਸਿੱਧ ਕਰ ਦਿੱਤਾ ਕਿ ਪੌਦਿਆਂ ਦੇ ਵਿੱਚ ਇੱਕ ਖਾਸ ਸਮਝ ਹੁੰਦੀ ਹੈ।
which tells them of the approach of a stranger, ਜਿਹੜੀ ਪੌਦਿਆਂ ਨੂੰ ਇਹ ਦੱਸਦੀ ਹੈ ਕਿ ਕੋਈ ਅਜਨਬੀ ਉਹਨਾਂ ਦੇ ਵੱਲ ਆ ਰਿਹਾ ਹੈ। This story of this great scientist will not be complete without some mention of his concern for India and her people। ਇਹ ਸਟੋਰੀ ਜੋ ਇੱਕ ਮਹਾਨ ਸਾਇੰਸਦਾਨ ਦੀ ਸਟੋਰੀ ਹੈ, ਇਹ ਪੂਰੀ ਨਹੀਂ ਹੋਵੇਗੀ ਜੇਕਰ ਉਹਨਾਂ ਦੀ ਜੋ ਕੰਸਰਨ ਸੀ, ਚਿੰਤਾ ਸੀ ਇੰਡੀਆ ਦੇ ਪ੍ਰਤੀ ਅਤੇ ਇੰਡੀਅਨ ਲੋਕਾਂ ਦੇ ਪ੍ਰਤੀ, ਜੇਕਰ ਉਸ ਦੀ ਗੱਲ ਨਾ ਕੀਤੀ ਜਾਵੇ ਤਾਂ ਸ਼ਾਇਦ ਇਹ ਸਟੋਰੀ ਕੰਪਲੀਟ ਨਹੀਂ ਹੋਵੇਗੀ। He had a deep faith in the intelligence of his countrymen। ਉਹਨਾਂ ਦਾ ਆਪਣੇ ਦੇਸ਼ ਵਾਸੀਆਂ ਦੀ ਇੰਟੈਲੀਜੈਂਸ ਦੇ ਵਿੱਚ ਬਹੁਤ ਹੀ ਜ਼ਿਆਦਾ ਵਿਸ਼ਵਾਸ ਸੀ। ਬੋਸ was certain, ਬੋਸ ਇਸ ਗੱਲ ਦੇ ਪ੍ਰਤੀ ਪੱਕੇ ਸਨ that they were as capable of doing great things today as their ancestors had done in the past। ਬੋਸ ਦਾ ਇਹ ਮੰਨਣਾ ਸੀ ਕਿ ਉਹ ਵੀ ਅੱਜ ਉਹਨਾਂ ਸਾਰੇ ਕੰਮਾਂ ਨੂੰ ਕਰਨ ਦੇ ਯੋਗ ਹਨ ਜੋ ਉਹਨਾਂ ਦੇ ਪੂਰਵਜ ਐਨਸੈਸਟਰਸ ਉਹਨਾਂ ਦੇ ਪੂਰਵਜਾਂ ਨੇ ਕੀਤੇ ਸਨ ਬੀਤੇ ਹੋਏ ਸਮੇਂ ਦੇ ਵਿੱਚ। ਇਨ ਐਨ ਐਡਰੈਸ, ਇੱਕ ਭਾਸ਼ਣ ਦੇ ਵਿੱਚ, ਐਟ ਆ ਕਨਵੋਕੇਸ਼ਨ ਆਫ ਦਾ ਯੂਨੀਵਰਸਿਟੀ ਆਫ ਮੈਸੂਰ, ਇੱਕ ਮੈਸੂਰ ਦੀ ਯੂਨੀਵਰਸਿਟੀ ਦੇ ਵਿੱਚ ਇੱਕ ਕਨਵੋਕੇਸ਼ਨ ਹੋ ਰਹੀ ਸੀ। ਉੱਥੇ ਉਹਨਾਂ ਨੇ ਨਵੰਬਰ 1927 ਦੇ ਵਿੱਚ ਜਗਦੀਸ਼ ਚੰਦਰ ਬੋਸ ਜੀ ਨੇ ਕੀ ਕਿਹਾ, ਅਬਾਊਟ ਇੰਡੀਆਜ਼ ਗਲੋਰੀ, ਭਾਰਤ ਦੀ ਸ਼ਾਨ ਬਾਰੇ ਉਹ ਬੋਲੇ, ਇਨ ਦਾ ਪਾਸਟ, ਜੋ ਕਿ ਬੀਤੇ ਸਮੇਂ ਵਿੱਚ ਸੀ, ਐਂਡ ਡਿਕਲੇਅਰਡ ਦੈਟ ਇਟ ਵਾਜ਼ ਐਕਸ਼ਨ ਐਂਡ ਨਾਟ ਆਈਡਲਨੈਸ ਦੈਟ ਵਾਜ਼ ਰਿਸਪੋਂਸਿਬਲ ਫॉर ਦੈਟ ਗਲੋਰੀ। ਇਸ ਸੰਮੇਲਨ ਵਿੱਚ ਜਗਦੀਸ਼ ਚੰਦਰ ਬੋਸ ਨੇ ਕੀ ਕਿਹਾ, ਭਾਰਤ ਦੀ ਉਹ ਸ਼ਾਨ ਬਾਰੇ ਬੋਲੇ ਕਿ ਜੋ ਕਿ ਬੀਤੇ ਸਮੇਂ ਦੇ ਵਿੱਚ ਭਾਰਤ ਦੀ ਬਹੁਤ ਜ਼ਿਆਦਾ ਸ਼ਾਨ ਸੀ। ਇਹ ਭਾਰਤੀਆਂ ਦੇ ਨਿਕੰਮੇਪਣ ਕਰਕੇ ਨਹੀਂ ਬਲਕਿ ਉਹਨਾਂ ਦੇ ਐਕਸ਼ਨ ਕਰਕੇ ਸੀ, ਉਹਨਾਂ ਦੇ ਕੰਮ ਕਰਨ ਕਰਕੇ ਸੀ। He believed that there could be no happiness for a single person। ਉਹਨਾਂ ਦਾ ਵਿਸ਼ਵਾਸ ਸੀ ਕਿ ਇੱਕ ਸਿੰਗਲ ਪਰਸਨ ਵੀ ਖੁਸ਼ ਨਹੀਂ ਹੋ ਸਕਦਾ unless it had been won for all। ਉਹਨਾਂ ਦਾ ਕੀ ਵਿਸ਼ਵਾਸ ਸੀ, there could be no happiness for a single person। ਇੱਕ ਵਿਅਕਤੀ ਇਕੱਲਾ ਖੁਸ਼ ਨਹੀਂ ਹੋ ਸਕਦਾ ਜੇਕਰ ਇਹ ਖੁਸ਼ੀ ਸਾਰਿਆਂ ਦੇ ਲਈ ਨਾ ਜਿੱਤੀ ਗਈ ਵੀ ਹੋਵੇ। And this great scientist wanted his countrymen to have undying hope and faith in the future। ਅਤੇ ਇਹ ਜੋ ਮਹਾਨ ਸਾਇੰਸਦਾਨ ਸਨ, ਇਹ ਕੀ ਚਾਹੁੰਦੇ ਸੀ ਕਿ ਉਹਨਾਂ ਦੇ ਜੋ ਕੰਟਰੀਮੈਨ ਹਨ, ਦੇਸ਼ ਵਾਸੀ ਹਨ, ਉਹ ਇੱਕ ਅਨਡਾਇੰਗ ਹੋਪ ਰੱਖਣ, ਕਦੇ ਵੀ ਖਤਮ ਨਾ ਹੋਣ ਵਾਲੀ ਆਸ ਰੱਖਣ ਅਤੇ ਵਿਸ਼ਵਾਸ ਰੱਖਣ ਭਵਿੱਖ ਦੇ ਵਿੱਚ। Okay students, here we have completed this chapter and I will come with another video lecture of question answer of this chapter and back exercise. Till then, goodbye students.